ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਡ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਹੇ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿਧਾਂ ਕੀ ਸ਼ੁੱਧ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਤਰਸ ਕੀਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਮੁਬਾਰਕ ਅੰਮ੍ਰਿਤ ਬਾਣੀ ਜਪ ਬਾਣੀ ਦੀ ਵਿਚਾਰ ਆਪ ਇਹਨਾਂ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਵਿਚਾਰ ਅਧੀਨ ਅੰਮ੍ਰਿਤ ਬਚਨ ਸਤਿਗੁਰਾਂ ਕੀ ਪਾਵਨ ਬਾਣੀ ਦੇ ਅੰਦਰੋਂ 36ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਾਧ ਸੰਗਤ ਵਿਚਾਰਨ ਤੋਂ ਪਹਿਲਾਂ ਜਿਵੇਂ ਬਹੁਤ ਇਕਾਗਰਤਾ ਔਰ ਪਿਆਰ ਨਾਲ ਅੰਮ੍ਰਿਤ ਬਾਣੀ ਦੇ ਕੀਰਤਨ ਆਪ ਜੀ ਸਰਵਣ ਕਰ ਰਹੇ ਸੋ ਆਪਣੀਆਂ ਮਨੋਬਿਰਤੀਆਂ ਨੂੰ ਸਾਧ ਸੰਗਤ ਜੀ ਇਕਾਗਰ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਨੇ ਬੇਅੰਤ ਬਖਸ਼ਿਸ਼ ਕੀਤੀ ਹੈ। ਇਹ ਜੋ ਪਾਵਨ ਬਚਨ ਆਰੰਭ ਨੇ ਇਹਨਾਂ ਵਿੱਚ ਸਤਿਗੁਰਾਂ ਨੇ ਕਿਰਪਾ ਕਰਕੇ ਮਨੁੱਖੀ ਜੀਵਨ ਦੇ ਅੰਦਰ ਦੇ 5 ਖੰਡਾਂ ਦਾ ਜ਼ਿਕਰ ਕੀਤਾ ਹੈ। ਉਹ 5 ਖੰਡ ਜੋ ਮਨੁੱਖੀ ਜੀਵਨ ਦੇ ਅੰਦਰ ਇਹਦੇ ਜੀਵਨ ਦਾ ਆਧਾਰ ਨੇ। ਇੰਜ ਕਹਿ ਲਓ ਕਿ ਕੁਦਰਤ ਦਾ ਨਿਯਮ ਹੈ ਪਰਿਵਰਤਨ। ਕੁਦਰਤ ਦੇ ਅੰਦਰ ਜਿਵੇਂ ਜਿਵੇਂ ਪਰਿਵਰਤਨ ਆਉਂਦੇ ਨੇ ਕੁਦਰਤ ਬੜੀ ਸੋਹਣੀ ਲੱਗਦੀ ਹੈ। ਸਾਧ ਸੰਗਤ ਆਪਾਂ ਕਦੀ ਇਮੈਜਿਨ ਕਰਕੇ ਵੇਖੀਏ ਕਿ ਜੇਕਰ ਇਹ ਸਾਰੀ ਕੁਦਰਤ ਸਾਰਾ ਸਾਲ ਇੱਕੋ ਵਰਗੀ ਰਵੇ ਤੇ ਮੇਰੇ ਖਿਆਲ ਵਿੱਚ ਸਾਨੂੰ ਇਸੇ ਕੁਦਰਤ ਦੇ ਵਿੱਚੋਂ ਬੜੀ ਬੇਰਸੀ ਜੀ ਪੈਦਾ ਹੋ ਜਾਏਗੀ। ਰੁੱਤਾਂ ਬਦਲਦੀਆਂ ਨੇ, ਮੌਸਮ ਤਬਦੀਲ ਹੁੰਦਾ ਹੈ ਤੇ ਮੌਸਮ ਦੀ ਤਬਦੀਲਤਾ ਦੇ ਨਾਲ ਜਿਹੜੇ ਹੋਰ ਅਨੇਕਾਂ ਕਾਦਰ ਦੀ ਕੁਦਰਤ ਦੇ ਅੰਦਰ ਵਨਸਪਤੀ ਹੈ ਉਹ ਮੋਲਦੀ ਹੈ। ਉਹ ਕਦੀ ਬਹੁਤ ਖੂਬਸੂਰਤ ਲੱਗਦੀ ਹੈ, ਕਦੀ ਉਹਦੇ ਪੱਤੇ ਵੀ ਝੜ ਜਾਂਦੇ ਨੇ, ਬੜੀ ਨੀਰਸ ਜੀ ਲੱਗਦੀ ਹੈ। ਪਰ ਜਦੋਂ ਉਹ ਨੀਰਸ ਤੋਂ ਪਤਝੜ ਤੋਂ ਬਾਅਦ ਫਿਰ ਬਸੰਤ ਦੇ ਅੰਦਰ ਪਹੁੰਚਦੀ ਹੈ ਤੇ ਫਿਰ ਮਨ ਅੰਦਰ ਇੱਕ ਖੇੜਾ ਪੈਦਾ ਹੁੰਦਾ ਹੈ। ਕਿਤੇ ਨਾ ਕਿਤੇ ਇਹ ਕੁਦਰਤ ਸਾਨੂੰ ਇੱਕ ਮੈਸੇਜ ਵੀ ਦੇ ਰਹੀ ਹੈ ਕਿ ਜੀਵਨ ਸਦਾ ਇੱਕੋ ਵਰਗਾ ਨਹੀਂ ਰਹਿੰਦਾ। ਜੀਵਨ ਦੇ ਅੰਦਰ ਪਤਝੜ ਵੀ ਆਉਂਦੀ ਹੈ, ਦੁੱਖ ਵੀ ਆਉਂਦੇ ਨੇ ਤੇ ਜੀਵਨ ਦੇ ਅੰਦਰ ਬਸੰਤ ਵੀ ਆਉਂਦੀ ਹੈ, ਸੁੱਖ ਵੀ ਆਉਂਦੇ ਨੇ। ਇਸ ਜੀਵਨ ਦੇ ਅੰਦਰ ਅੱਤ ਦੀ ਗਰਮੀ ਭਾਵ ਜੀਵਨ ਦੇ ਅੰਦਰ ਐਸਾ ਸਮਾਂ ਵੀ ਆਉਂਦਾ ਹੈ ਜਦੋਂ ਬੰਦੇ ਨੂੰ ਦੁੱਖ ਸੰਤਾਪਾਂ ਦਾ ਸੇਕ ਲੱਗਦਾ ਹੈ ਤੇ ਫਿਰ ਇੱਕ ਸਮਾਂ ਉਸ ਤੋਂ ਬਾਅਦ ਐਸਾ ਵੀ ਆਉਂਦਾ ਹੈ ਜਦੋਂ ਬੰਦੇ ਦਾ ਮਨ ਉਸ ਪਰਮਾਤਮਾ ਅਕਾਲ ਪੁਰਖ ਦੀ ਬਖਸ਼ਿਸ਼ ਕਿਰਪਾ ਦੇ ਨਾਲ ਸਾਵਨ ਦੇ ਮੀਂਹ ਦੀ ਤਰ੍ਹਾਂ ਮੌਲਦਾ ਹੈ, ਖੇੜੇ ਵਿੱਚ ਆ ਜਾਂਦਾ ਹੈ।
ਸੋ ਇਹ ਕੁਦਰਤ ਦੇ ਅੰਦਰ ਜਿਵੇਂ ਸਾਧ ਸੰਗਤ ਪਰਿਵਰਤਨ ਹੈ, ਇਸੇ ਤਰ੍ਹਾਂ ਮਨੁੱਖੀ ਜੀਵਨ ਦੇ ਅੰਦਰ ਪਰਿਵਰਤਨ ਹੈ। ਔਰ ਸੱਚ ਵਿੱਚ ਸਾਨੂੰ ਇਹ ਜੀਵਨ ਤਾਂ ਹੀ ਸਵਾਦ ਲੱਗਦਾ ਹੈ ਕਿਉਂਕਿ ਇਹਦੇ ਅੰਦਰ ਪਰਿਵਰਤਨ ਜਿਹੜਾ ਹੈ ਉਹ ਸਾਨੂੰ ਇੱਕ ਤਰੀਕੇ ਨਾਲ ਆਪਣੇ ਆਪੇ ਨਾਲ ਜੋੜ ਕੇ ਰੱਖਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਪਾਤਸ਼ਾਹ ਕਹਿੰਦੇ ਨੇ, ਬੰਦਿਆ ਤੇਰੇ ਜੀਵਨ ਵਿੱਚ 5 ਖੰਡ ਨੇ। ਪਹਿਲਾ ਖੰਡ ਜਦੋਂ ਤੂੰ ਪਰਮਾਤਮਾ ਦੀ ਇਸ ਕੁਦਰਤ ਨੂੰ ਵੇਖਦਾ ਹੈ ਤੇ ਤੈਨੂੰ ਸਮਝ ਆਏ ਕਿ ਇਸ ਧਰਤੀ ਨੂੰ ਪਰਮਾਤਮਾ ਨੇ ਰਾਤਾਂ ਰੁੱਤਾਂ ਥਿੱਤਾਂ ਵਾਰਾਂ ਦੇ ਅੰਦਰ ਇਸ ਪਵਨ ਪਾਣੀ ਅਗਨੀ ਪਾਤਾਲ ਦੇ ਵਿੱਚ ਇਸ ਧਰਤੀ ਨੂੰ ਥਾਪ ਕੇ ਰੱਖਿਆ, ਬਣਾਇਆ, ਸਾਜਿਆ ਧਰਮਸ਼ਾਲ ਦੇ ਰੂਪ ਵਿੱਚ, ਜਿੱਥੇ ਹੈ ਇਨਸਾਨ ਤੂੰ ਧਰਮ ਕਮਾਣ ਆਇਆ ਹੈ। ਹਰ ਜੀਵ ਇਸ ਪਰਮਾਤਮਾ ਦੀ ਕੁਦਰਤ ਦੇ ਅੰਦਰ ਧਰਮ ਕਮਾ ਰਿਹਾ। ਹਰ ਜੀਵ, ਹਰ ਜੋ ਰੱਬ ਨੇ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ, ਆਪਣੀ ਆਪਣੀ ਜੋ ਪਰਮਾਤਮਾ ਨੇ ਉਹਨੂੰ ਜੀਵਨ ਜੁਗਤ ਦਿੱਤੀ ਉਸ ਅਨੁਸਾਰ। ਪਰ ਸਾਹਿਬ ਕਹਿੰਦੇ ਨੇ ਇਸ ਧਰਤੀ ਦੇ ਅੰਦਰ, ਇਸ ਧਰਮਖੰਡ ਦੇ ਅੰਦਰ, ਇਸ ਧਰਮਸ਼ਾਲ ਦੇ ਅੰਦਰ ਇਨਸਾਨ ਦੇ ਕੀਤੇ ਕਰਮਾਂ ਦੇ ਅਨੁਸਾਰ ਹੀ ਇਹਦੇ ਜੀਵਨ ਦੇ ਨਿਬੇੜੇ ਹੁੰਦੇ ਨੇ। ਫਿਰ ਜਦੋਂ ਇਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ, ਫਿਰ ਗਿਆਨ ਵਾਲੇ ਪਾਸੇ ਚੱਲਦਾ ਹੈ। ਕੱਲ੍ਹ ਆਪਾਂ ਬਚਨ ਸਾਂਝੇ ਕੀਤੇ ਸਨ ਕਿ ਗਿਆਨ ਦੀ ਅਵਸਥਾ ਦੇ ਵਿੱਚ ਇਹਨੂੰ ਸਮਝ ਆ ਗਈ, ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼। ਇਹ ਸਾਰੀ ਇਹਨੂੰ ਸਮਝ ਆਈ ਜਦੋਂ ਇਹ ਗਿਆਨ ਦੀ ਅਵਸਥਾ ਵਿੱਚ ਪਹੁੰਚਿਆ। ਸਾਧ ਸੰਗਤ, ਹੁਣ ਸਤਿਗੁਰ ਕਹਿੰਦੇ ਨੇ ਗਿਆਨ ਖੰਡ ਦੀ ਅਵਸਥਾ ਦੇ ਵਿੱਚ ਗਿਆਨ ਪ੍ਰਚੰਡ ਹੁੰਦਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਬਾਬਾ ਕਬੀਰ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ, ਕਬੀਰ ਜੀ ਤੁਹਾਡੇ ਅੰਦਰ ਦੁਨੀਆ ਵਾਲੇ ਭਰਮ ਨਹੀਂ, ਜਿਸ ਪਸਾਰੇ ਵਿੱਚ ਸੰਸਾਰ ਜੀ ਰਿਹਾ, ਕਿਉਂਕਿ ਮਨੁੱਖ ਅਕਸਰ ਉਹ ਜੀਵਨ ਜਿਉਂਦਾ ਹੈ ਜੋ ਉਹਨੂੰ ਆਪਣੇ ਵਿਰਸੇ ਦੇ ਵਿੱਚ ਮਿਲਦਾ ਹੈ। ਇਹ ਸੰਸਾਰ ਜਿਸ ਧਰਤੀ ਤੇ, ਜਿਸ ਖਿੱਤੇ ਤੇ ਸਾਧ ਸੰਗਤ ਆਪਾਂ ਰਹਿੰਦੇ ਹਾਂ ਨਾ, ਇਸ ਖਿੱਤੇ ਦੇ ਅੰਦਰ ਸਾਧ ਸੰਗਤ ਜੀ ਜਿੰਨੇ ਧਰਮ ਨੇ, ਸੱਚ ਵਿੱਚ ਉਹਨਾਂ ਧਰਮਾਂ ਦੇ ਅੰਦਰ ਓਨੀਆਂ ਮਨੋਤਾਂ ਤੇ ਓਨੀਆਂ ਪਰੰਪਰਾਵਾਂ ਨੇ। ਬੱਚਾ ਆਪਣੇ ਬਚਪਨ ਤੋਂ ਲੈ ਕੇ ਜੋ ਕੁਝ ਸਿੱਖਦਾ ਹੈ ਆਪਣੇ ਪਰਿਵਾਰ ਵਿੱਚੋਂ, ਆਪਣੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਫੋਲੋ ਕਰਦਾ ਹੈ। ਉਹਨੂੰ ਇੰਜ ਲੱਗਦਾ ਵੀ ਆਹ ਚੀਜ਼ ਜਿਹੜੀ ਮੇਰੇ ਪਰਿਵਾਰ ਵਿੱਚੋਂ ਮੈਨੂੰ ਮਿਲੀ ਹੈ ਇਹੀ ਸੱਚਾ ਧਰਮ ਹੈ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਨਹੀਂ ਦੁਨੀਆ ਦੇ ਲੋਕੋ, ਜਦੋਂ ਤੁਸੀਂ ਆਪਣੀ ਮੱਤ ਦਾ ਵਿਕਾਸ ਕਰਦੇ ਹੋ ਤੇ ਤੁਹਾਨੂੰ ਆਪਣੀ ਮੱਤ ਦੇ ਵਿਕਾਸ ਦੇ ਨਾਲ ਜਦੋਂ ਪਰਮਾਤਮਾ ਦੀ ਕੁਦਰਤ ਦੀ ਸਮਝ ਆਉਂਦੀ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅਸਲ ਵਿੱਚ ਉਸ ਦਿਨ ਪਤਾ ਲੱਗਦਾ ਵੀ ਇਸ ਸੰਸਾਰ, ਇਸ ਧਰਤੀ ਤੇ ਸਾਡਾ ਮਨੋਰਥ ਕੀ ਹੈ। ਕਿ ਜਿਸ ਸਾਂਚੇ ਦੇ ਵਿੱਚ ਲੋਕਾਂ ਨੇ, ਲੋਕਾਈ ਨੇ, ਧਰਮੀ ਲੋਕਾਂ ਨੇ ਇਸ ਧਰਤੀ ਨੂੰ ਬੰਨ੍ਹਿਆ ਹੈ, ਮਨੁੱਖਤਾ ਨੂੰ ਬੰਨ੍ਹਿਆ ਹੈ, ਕਿ ਇਸ ਤੋਂ ਬਾਹਰ ਨਿਕਲ ਕੇ ਵੀ ਅਸੀਂ ਜੀਵਨ ਨੂੰ ਕੁਝ ਹੋਰ ਮਾਇਨਿਆਂ ਵਿੱਚ ਸਮਝ ਸਕਨੇ ਹਾਂ। ਇਸ ਗੱਲ ਦੀ ਪ੍ਰਤੀਤ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਦੋਂ ਆਉਂਦੀ ਜਦੋਂ ਤੁਸੀਂ ਗਿਆਨ ਨੂੰ ਹਾਸਲ ਕਰਦੇ ਹੋ। ਤੇ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਬੜੇ ਪਿਆਰੇ ਨੇ, ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਬਾਬਾ ਜੀ ਕਹਿੰਦੇ ਨੇ ਗਿਆਨ ਖੰਡ ਦੀ ਅਵਸਥਾ ਵਿੱਚ ਗਿਆਨ ਪ੍ਰਚੰਡ ਹੁੰਦਾ ਹੈ। ਪ੍ਰਚੰਡ ਦਾ ਮਤਲਬ ਹੁੰਦਾ ਹੈ ਬੜੇ ਤੇਜ, ਪ੍ਰਬਲ, ਬਹੁਤ ਤੇਜ, ਜਿਹਨੂੰ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਸਤਿਗੁਰ ਸ਼ਬਦ ਉਜਾਰੋ ਦੀਪਾ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਗੁਰਮਤਿ ਰਾਮ ਨਾਮ ਪ੍ਰਗਾਸ਼ੋ ਸਦਾ ਰਹੋ ਸ਼ਰਨਾਈ। ਫਿਰ ਹਿਰਦੇ ਦੇ ਅੰਦਰ ਪ੍ਰਗਾਸ਼ ਹੋ ਗਿਆ, ਮਨ ਸੰਸਾਰ ਦੇ ਵਹਿਮਾਂ ਭਰਮਾਂ ਤੋਂ ਬਾਹਰ ਨਿਕਲ ਗਿਆ। ਤੇ ਜਦੋਂ ਇਹ ਗਿਆਨ ਅੰਦਰ ਪ੍ਰਚੰਡ ਪੈਦਾ ਹੁੰਦਾ ਹੈ ਤੇ ਬਾਬਾ ਕਬੀਰ ਸਾਹਿਬ ਜੀ ਨੇ ਫਿਰ ਉਸ ਤਬਦੀਲੀ ਦਾ ਜ਼ਿਕਰ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਜਿਹੜੀ ਭ੍ਰਮ ਦੀ ਟਾਟੀ ਸੀ, ਛੱਤ ਸੀ, ਉਹ ਟੁੱਟ ਗਈ। ਜਿਹੜੀ ਭਰਮ ਦੀ ਛੰਨ ਵਿੱਚ ਮੈਂ ਬੈਠਾ ਸਾਂ, ਭਰਮ ਦੇ ਛੰਨ ਦੇ ਅੰਦਰ ਧਿਆਨ ਦੇਣਾ, ਅਸੀਂ ਸਭ ਲੋਕਾਈ ਨੇ ਆਪਣੇ ਚਾਰ ਚੁਫੇਰੇ ਇੱਕ ਧਰਮ ਦਾ ਐਸਾ ਕਾਂਸਾ ਤਿਆਰ ਕੀਤਾ, ਛੰਨ ਤਿਆਰ ਕੀਤੀ ਜਿੰਦੇ ਵਿੱਚ ਅਸੀਂ ਜੀਂਦੇ ਹਾਂ। ਅਸੀਂ ਕਹਿੰਦੇ ਹਾਂ ਸਾਡੇ ਮਾਪੇ ਐਸਾ ਕਰਦੇ ਸਨ, ਅਸੀਂ ਵੀ ਇਸ ਤਰ੍ਹਾਂ ਕਰ ਰਹੇ ਹਾਂ।
ਸਾਨੂੰ ਕੋਈ ਸਾਡੀ ਮਨੋਤ ਜਿੰਦੇ ਵਿੱਚ ਅਸੀਂ ਜੀ ਰਹੇ ਹਾਂ, ਜਦੋਂ ਕੋਈ ਗਿਆਨਵਾਨ ਪੁਰਖ ਸਾਨੂੰ ਉਹਦੇ ਤੋਂ ਬਾਹਰ ਕੱਢਣ ਦਾ ਯਤਨ ਕਰਦਾ ਹੈ ਤੇ ਅਸੀਂ ਉਸ ਚੀਜ਼ ਵਿੱਚੋਂ ਬਾਹਰ ਨਿਕਲਣ ਦੀ ਬਜਾਏ ਸਾਧ ਸੰਗਤ ਅਸੀਂ ਉਸ ਬੰਦੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸੁਕਰਾਤ ਨੇ ਗੱਲ ਆਖੀ ਸੀ ਵੀ ਇਹ ਜਿਹੜੀ ਧਰਤੀ ਹੈ, ਇਹ ਜਿਹੜੀ ਪਲੈਨਟ ਹੈ, ਉਹਨੇ ਆਖਿਆ ਸੀ ਵੀ ਕਿਉਂਕਿ ਜਦੋਂ ਬਾਈਬਲ ਨੂੰ ਪੜ੍ਹਦੇ ਹਾਂ ਤੇ ਸਾਧ ਸੰਗਤ ਬਾਈਬਲ ਦੀਆਂ 2 ਟੈਸਟਾਮੈਂਟ ਨੇ, 2 ਵਿਚਾਰਧਾਰਾ ਨੇ, ਇੱਕ ਓਲਡ ਤੇ ਇੱਕ ਨਿਊ। ਜਿਹੜੀ ਪੁਰਾਣੀ ਵਾਲੀ ਵਿਚਾਰਧਾਰਾ ਉਹਦੇ ਅੰਦਰ ਇਹ ਸੀ ਵੀ ਆਹ ਜਿਹੜੀ ਧਰਤੀ ਹੈ ਉਹਦੇ ਅੰਦਰ ਸੀ ਵੀ ਇਹ ਧਰਤੀ ਗੋਲ ਨਹੀਂ ਹੈਗੀ, ਇਹ ਆਪਣੀ ਥਾਂ ਤੇ ਖੜੀ ਹੋਈ ਹੈ। ਤੇ ਜਦੋਂ ਸੁਕਰਾਤ ਨੇ ਗੱਲ ਆਖੀ ਵੀ ਨਹੀਂ ਇਹ ਧਰਤੀ ਗੋਲ ਹੈ ਤੇ ਇਹ ਆਪਣੀ ਥਾਂ ਤੇ ਖੜੀ ਨਹੀਂ ਹੈ, ਇਹ ਨਿਰੰਤਰ ਪ੍ਰਕਰਮਾ ਕਰ ਰਹੀ ਹੈ, ਨਿਰੰਤਰ ਚੱਲ ਰਹੀ ਹੈ। ਜਦੋਂ ਇਹ ਗੱਲ ਸੁਕਰਾਤ ਨੇ ਆਖੀ, ਕਿਉਂਕਿ ਧਰਮ ਦੀ ਪਰਿਭਾਸ਼ਾ ਦੇ ਵਿਰੁੱਧ ਇਹ ਗੱਲ ਸੀ, ਲੋਕਾਂ ਨੇ ਵਿਰੋਧ ਕੀਤਾ, ਇਹਨਾਂ ਵਿਰੋਧ ਕੀਤਾ ਕਿ ਸੁਕਰਾਤ ਨੂੰ ਉਸ ਵਿਰੋਧ ਦਾ ਜਿਹੜਾ ਵਿਰੋਧ ਦਾ ਜੋ ਉਹਦਾ ਵਿਰੋਧ ਹੋਇਆ ਸਮਾਜ ਦੇ ਅੰਦਰ, ਉਹ ਵਿਰੋਧ ਕਰਕੇ ਉਹਨੂੰ ਜ਼ਹਿਰ ਪੀ ਕੇ ਵੀ ਮੌਤ ਨੂੰ ਗਲੇ ਲਾਣਾ ਪਿਆ, ਕਿਉਂਕਿ ਸਜ਼ਾ ਦਿੱਤੀ ਗਈ ਸੀ ਉਹਨੂੰ ਜ਼ਹਿਰ ਪੀਣ ਦੀ। ਪਰ ਧਿਆਨ ਦਿਆ ਜੇ, ਜਿਸ ਵੇਲੇ ਇਹ ਗੱਲ ਸਮਝ ਵਿੱਚ ਆਈ ਧਰਮੀ ਲੋਕਾਂ ਨੂੰ, ਉਹਨਾਂ ਨੇ ਮਹਿਸੂਸ ਕੀਤਾ ਵੀ ਅਸੀਂ ਤੇ ਬੜਾ ਵੱਡਾ ਗੁਨਾਹ ਕਰ ਦਿੱਤਾ ਹੈ। ਮੈਂ ਫਿਰ ਬੇਨਤੀ ਕਰਦਾ ਸਾਧ ਸੰਗਤ, ਜ਼ਰੂਰੀ ਨਹੀਂ ਜਿੱਥੇ ਅਸੀਂ ਖੜੇ ਹੋਏ ਹਾਂ ਇਹ ਚੀਜ਼ ਸੱਚ ਹੋਵੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਤੇ ਵੀ ਬਾਣੀ ਦੇ ਅੰਦਰ ਪ੍ਰਮਾਤਮਾ ਦੇ ਬੇਅੰਤ ਗੁਣਾਂ ਦਾ ਜ਼ਿਕਰ ਕੀਤਾ, ਕੁਦਰਤ ਦੇ ਬੇਅੰਤ ਪਸਾਰੇ ਦਾ ਜ਼ਿਕਰ ਕੀਤਾ, ਬੇਅੰਤ ਜੀਵਾਂ ਦਾ ਜ਼ਿਕਰ ਕੀਤਾ, ਪਰ ਸਤਿਗੁਰ ਨੇ ਕਿਤੇ ਮੋਹਰ ਲਾ ਕੇ ਨਹੀਂ ਆਖਿਆ ਵੀ ਮੈਂ ਜੋ ਕਹਿ ਰਿਹਾ ਇਹ ਇੰਨਾ ਹੀ ਹੈ। ਸਭ ਕਹਿੰਦੇ ਨੇ ਸਤਿਗੁਰ ਤੇਰੀ ਕੁਦਰਤ ਦਾ ਕੋਈ ਅੰਤ ਹੀ ਨਹੀਂ, ਇਹ ਬੇਅੰਤ ਹੈ। ਤੇ ਜਿਹੜਾ ਕਿਸੇ ਨਤੀਜੇ ਤੇ ਪਹੁੰਚ ਕੇ ਕਹਿ ਦਿੰਦਾ ਵੀ ਨਹੀਂ ਇੱਥੇ ਹੀ ਹੈ, ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਸ ਮੂਰਖ ਨੂੰ ਐਨੀ ਮਾਰ ਪੈਂਦੀ ਹੈ, ਉਹ ਮੂਰਖ ਨੂੰ ਇੰਨੀ ਮਾਰ ਪੈਂਦੀ ਵੀ ਉਹਨੂੰ ਆਪਣੇ ਮੂੰਹ ਤੇ ਜੁੱਤੀਆਂ ਖਾਣੀਆਂ ਪੈਂਦੀਆਂ ਨੇ। ਤੁਸੀਂ ਬਾਣੀ ਦਾ ਬਚਨ ਪੜ੍ਹਦੇ ਹੋ, ਸਾਹਿਬ ਦੇ ਪਾਵਨ ਪ੍ਰਮਾਣ ਪੜ੍ਹਦੇ ਹੋ, ਪਾਤਸ਼ਾਹ ਕਹਿੰਦੇ ਨੇ ਜੇ ਕੋ ਮੂਰਖ ਆਖਣ ਪਾਹੇ, ਸਤਿਗੁਰ ਕਹਿੰਦੇ ਨੇ ਜੇ ਕੋਈ ਮੂਰਖ ਆਖਦਾ ਹੈ ਤੇ ਦਾਤਾਰ ਪਿਤਾ ਜੀ ਕਹਿੰਦੇ ਨੇ ਫਿਰ ਉਸ ਮੂਰਖ ਨੂੰ ਕਿੰਨੀ ਮਾਰ ਪੈਂਦੀ, ਦਾਤਾਰ ਪਿਤਾ ਕਹਿੰਦੇ ਨੇ ਉਹ ਮੂਰਖ ਹੀ ਜਾਣਦਾ ਹੈ। ਇਸੇ ਕਰਕੇ ਸਤਿਗੁਰ ਨੇ ਜ਼ਿਕਰ ਕੀਤਾ ਵੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ, ਦੋ ਚੀਤੇ ਕੀ ਦੋਇ ਥੂਣ ਗਿਰਾਨੀ। ਕਿਉਂਕਿ ਜਿਹੜੀ ਭਰਮ ਦੀ ਛੰਨ ਹੈ ਇਹ ਦੁਚਿੱਤੀ ਦੀਆਂ ਦੀਵਾਰਾਂ ਤੇ ਖੜੀ ਹੁੰਦੀ ਹੈ। ਸਾਧ ਸੰਗਤ ਭਰਮ ਡੁਐਲਿਟੀ ਇਹ ਭਰਮ ਦੀਆਂ ਦੀਵਾਰਾਂ ਤੇ ਖੜੀ ਹੁੰਦੀ। ਭਰਮ ਐਸੀਆਂ ਦੀਵਾਰਾਂ ਨੇ ਸਾਧ ਸੰਗਤ ਜਿਨੇ ਆਪਣੇ ਜੱਫੇ ਦੇ ਵਿੱਚ, ਗਲਵਕੜੀ ਦੇ ਵਿੱਚ ਸਾਰੇ ਸਾਡੇ ਸਮਾਜ ਨੂੰ ਲਿਆ ਹੋਇਆ ਹੈ। ਇਹਨੇ ਭਰਮ, ਧਰਮ ਦੇ ਨਾਂ ਤੇ ਭਰਮ, ਰਾਜਨੀਤੀ ਦੇ ਨਾਂ ਤੇ ਭਰਮ, ਹਰ ਚੀਜ਼ ਦੇ ਨਾਂ ਤੇ ਸਾਡੇ ਮਨ ਵਿੱਚ ਭਰਮ ਪੈਦਾ ਕੀਤੇ ਜਾਂਦੇ ਨੇ। ਅਸੀਂ ਉਸ ਭਰਮ ਨੂੰ ਜੀਵਨ ਸਮਝ ਕੇ ਉਹਦੇ ਵਿੱਚ ਜੀ ਰਹੇ ਹੁੰਦੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੁਣ ਭਰਮ ਦੀਆਂ ਦੀਵਾਰਾਂ ਟੁੱਟ ਗਈਆਂ। ਤਿਸ਼ਨਾ ਸ਼ਾਨ ਭਰੀ ਤਰੀ ਉੱਪਰ ਦੁਰਮਤ ਭਾਂਡਾ ਫੂਟਾ। ਅੰਦਰ ਜਿਹੜੇ ਹੁਣ ਦੁਰਮਤ ਦੇ ਭਾਂਡੇ ਸਨ, ਭੈੜੀ ਮਤ ਦੇ ਭਾਂਡੇ ਸਨ, ਜਦੋਂ ਛੱਟ ਛੰਨ ਟੁੱਟ ਕੇ ਥੱਲੇ ਡਿੱਗੀ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਭਾਂਡੇ ਵੀ ਟੁੱਟ ਗਏ। ਹੁਣ ਆਂਦੀ ਪਾਛੈ ਜੋ ਜਲ ਬਰਖੈ ਤਿਹ ਤੇਰਾ ਜਨ ਪੀਨਾ। ਸਤਿਗੁਰੂ ਇਹ ਕੁਦਰਤ ਦਾ ਨਿਯਮ ਹੈ। ਹਨੇਰੀ ਆਈ, ਹਨੇਰੀ ਤੋਂ ਬਾਅਦ ਮੀਂਹ ਆਇਆ। ਤੇ ਬਾਬਾ ਜੀ ਕਹਿੰਦੇ ਨੇ ਜਦੋਂ ਗਿਆਨ ਦੀ ਹਨੇਰੀ ਆਈ, ਉਹਦੇ ਤੋਂ ਬਾਅਦ ਜਦੋਂ ਪ੍ਰਮਾਤਮਾ ਦੇ ਨਾਮ ਦੀ ਵਰਖਾ ਹੋਈ, ਜਦੋਂ ਉਹਦੇ ਨਾਮ ਦਾ ਪ੍ਰਗਾਸ਼ ਹੋ ਗਿਆ, ਅੰਦਰ ਸਮਝ ਆ ਗਈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਤੇ ਬਾਬਾ ਜੀ ਕਹਿੰਦੇ ਨੇ ਫਿਰ ਤਿਹ ਤੇਰਾ ਜਨ ਪੀਨਾ, ਤੇਰਾ ਜਨ ਉਹਦੇ ਵਿੱਚ ਫਿਰ ਭਿੱਜ ਗਿਆ, ਤੇਰੇ ਜਨ ਨੂੰ ਫਿਰ ਜੀਵਨ ਜੀਣ ਦਾ ਸਵਾਦ ਆ ਗਿਆ। ਗੁਰੂ ਨਾਨਕ ਸਾਹਿਬ ਜੀ ਅੱਜ ਇਹੀ ਬਚਨ ਕਹਿ ਰਹੇ ਨੇ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਉਸ ਅਵਸਥਾ ਦੇ ਅੰਦਰ ਤਿੱਥੈ, ਤਿੱਥੈ ਦਾ ਮਤਲਬ ਹੈ ਉਸ ਅਵਸਥਾ ਦੇ ਅੰਦਰ ਨਾਦ, ਨਾਦ ਦਾ ਭਾਵ ਹੈ ਰਾਗ, ਵਿਨੋਦ ਦਾ ਭਾਵ ਹੈ ਤਮਾਸ਼ੇ, ਕੋਡ ਦਾ ਭਾਵ ਹੈ ਕੋਤਕ। ਫਿਰ ਸਮਝ ਆ ਗਈ ਪਰੇ ਪ੍ਰਮਾਤਮਾ ਜੀ ਤੇਰੀ ਇਸ ਬਣਾਈ ਕੁਦਰਤ ਦੇ ਅੰਦਰ ਬੜੇ ਰਾਗ ਨੇ,
बड़े रंग तमाशे ने, तेरी ये कुदरत बड़ी बेअंत है। अजे तक मैं सीमित सां अपने चौगिरदे विच, मैं कहना सज्जो मेरे कोल यही आनंद है, जो मैनू प्राप्त हो गया यही खुशी है। हुण सतगुरु जी कहते ने नहीं, हुण समझ आ गई, जिथों तक मैं हाँ ये एक सिर्फ एक किनका मात्र है, वो तो बड़ा विशाल है, वो तो इन्ना विशाल है। ख्याल करो, ये तो एक ख्याल है इस तरह का, जिवें सुकरात नदी के किनारे ते बैठे उस बालक नूं पुछदा है, जिहड़ा समुंदर दे विचों चम्मच भरदा है पानी दा ते बाहर डोलदा है, चम्मच भरदा ते बाहर डोलदा है, वो कहंदा की कर रहा है? वो कहंदा मैं चम्मच विच समुंदर नूं भर के खाली करना चाहना। वो कहंदे कमलिया, समुंदर इन्ना विशाल तेरे इस चम्मच दे विच नहीं भरिया जाएगा। तो उस बच्चे ने चम्मच समुंदर दे विच चला के मारिया, कहंदा कोई गल नहीं, जे समुंदर चम्मच विच नहीं भरिया जाएगा, मैं चम्मच नूं समुंदर दे सपुरद कर देना। धन गुरु नानक साहब कहंदे ने तू परमात्मा अकाल पुरख दी कुदरत दा अंत नहीं पा सकदा, किन्ना चंगा होवे जे तू अपनी माती उहदे चरनां विच समर्पण कर दे। किन्ना चंगा होवे जे तू समुंदर दे अंदर ही समा जाए। तू दरियाओ दाना बिना मैं मछली कैसे अंत लहां। मेरे सतगुरु जी जह जह पेखा तह तह तू है, तुझ ते निकसी फूट मरा। मेरे मालक जी मैनू नहीं समझ आई। धन गुरु नानक साहब कहते ने उस अवस्था दे विच फिर समझ आ जाती, मेरे मालक जी जिथों तक मैं सीमित हाँ यही आनंद नहीं, तेरे कुदरत दे अंदर बेअंत राग ने, बेअंत तमाशे ने, बेअंत कौतक ने। ते सतगुरु कहते ने ये बेअंत ताई फिर जीवन का आनंद बन जाती है। श्रम खंड की बाणी रूप सब कहते ने, हुण जिहड़ा श्रम खंड है, इस श्रम खंड की जिहड़ी बाणी है, सब कहते ने श्रम का मतलब है उद्यम। ये जो समझ आई फिर बंदा उस पासे नूं अपने कदम वधांदा है। ये पैंडा क्योंकि साध संगत सुरती का पैंडा है। फिर इस पैंडे ते बंदा अपनी सुरत दे नाल सफ़र करदा है, अपनी मत बुद्ध नाल सफ़र करदा है, और इहदे कोल ज्ञान का हथियार हुंदा है, इहदे कोल ज्ञान का कांसा हुंदा है। ये उस ज्ञान के हथियार नाल फिर जो सफ़र करदा है, ज्ञान की सवारी ते बह के, पातशाह कहंदे ने फिर समझ आंदी बाणी रूप परमात्मा जी तेरी कुदरत बड़ी सुंदर है, ये सारा पसारा बड़ा सुंदर है, क्योंकि इस उद्यम की बनावट ही सुंदरता है। ध्यान देना, जो बंदा इस पासे चलदा है ना ज्ञान दे रथ ते सवार हो के, फिर समझ आ जाती मेरे मालक जी मैनू तेरी इस कुदरत दे अंदरों हुण रस पैदा हो गया है, इहदे विचों मैनू आनंद आ। हर चीज़ तेरी कुदरत दे विच विस्माद पैदा करने वाली, आनंद पैदा करने वाली है। ते पातशाह कहंदे ने तिथै घाड़त घड़िए बहुत अनूप। घाड़त घड़िए दा मतलब है घड़िया जांदा है, बहुत अनूप बड़ा सुंदर। इस अवस्था दे अंदर पातशाह कहंदे ने जिहड़ा बंदे दा मन है वो बहुत सुंदर अवस्था दे विच घड़िया जांदा है। भाव इस मन दे अंदर दी बेरुखी खत्म हो जाती है, ये मन बड़ा विशाल हो जाता है। ये हुण पहलां अपने आपे तक सीमित रहने वाला मन हुण समूची कुदरत नूं अपने कलावे विच लैण दीयां गल्लां करदा है। इहनूं समझ आ गई कि सिर्फ मैं ही नहीं, अवल अल्लाह नूर उपाया कुदरत के सब बंदे। इनू समझ आ गई एक पिता एकस के हम बारिक तू मेरा गुरहाई। इनू समझ आ गई सबको मीत हम आपन कीना हम सबना के साजन। पातशाह कहते ने ये ऐसी अवस्था है जिथे बंदे दी मत दा सुरत दा इन्ना विकास हो गया है, इन्ना अंदर प्रकाश हो गया है, समझ आ गई। सतगुर पातशाह कहते ने मेरे मालक जी इस अवस्था दे विच मन की घाड़त बड़ी सुंदर घड़ी जाती है, मन के अवगुण दूर हो जाते ने, मन अंदर चानना प्रकाश हो जाता है ज्ञान दे राही। ताकियां गल्लां कथियां ना जाहें। सब कहते ने इस अवस्था विच पहुंचे हुए गुरसिख प्यारे दी अवस्था नूं कोई बयान नहीं कर सकता, ते जे को कहे पिछे पछताए। जे कोई उनकी अवस्था नूं बयान करन दा यतन भी करे। साध संगत जी हुण सानूं कोई आके तुसीं गुरु नानक साहिब पातशाह जी दे जीवन नूं बयान करदे हो, असीं उन्हां को बयान करांगे जिन्ना कुछ असीं समझिआ है, जिन्ना को असीं वेखिआ है, भाव सुनिआ है इतिहास विचों। असीं गुरु नानक पातशाह जी दे अंतरात्मे नूं किवें बयान कर देंगे? नहीं कर सकते। जे बयान करन दा यतन भी करां, क्योंकि असीं उन्ना बयान करांगे जिथों तक साडी मत गई है। साडी मत दी एक लिमिट है,
ਜਿੱਥੋਂ ਤੱਕ ਸਾਡੀ ਮੱਤ ਗਈ ਸੀ ਉਹਨਾਂ ਕੋ ਬਾਬਾ ਕਬੀਰ ਨੂੰ ਬਿਆਨ ਕਰਾਂਗੇ, ਜਿੱਥੋਂ ਤੱਕ ਸਾਡੀ ਮੱਤ ਗਈ ਅਸੀਂ ਉਹਨਾਂ ਕੋ ਬਾਬਾ ਫਰੀਦ ਸਾਹਿਬ ਜੀ ਨੂੰ ਬਿਆਨ ਕਰਾਂਗੇ। ਉਸ ਮਾਲਕ ਦੀ ਬਣਾਈ ਕੁਦਰਤ ਅੰਦਰ ਬੇਅੰਤ ਚੀਜ਼ਾਂ, ਬੇਅੰਤ ਜੀਵ, ਬੇਅੰਤ ਪਸਾਰਾ, ਸਤਿਗੁਰ ਕਹਿੰਦੇ ਨੇ ਕਿਵੇਂ ਇਹਨਾਂ ਚੀਜ਼ਾਂ ਨੂੰ ਬਿਆਨ ਕਰਾਂਗੇ ਅਸੀਂ, ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਜੇ ਕੋ ਕਹੇ ਪਿੱਛੇ ਪਛਤਾਏ, ਜੇ ਕੋਈ ਕਹਿੰਦਾ ਤੇ ਸਤਿਗੁਰ ਕਹਿੰਦੇ ਨੇ ਉਹ ਪਛਤਾਉਂਦਾ ਹੈ ਕਿ ਮੇਰੇ ਮਾਲਕ ਜੀ ਮੈਂ ਅਧੂਰਾ ਬਿਆਨ ਕੀਤਾ, ਮੈਂ ਪੂਰਾ ਨਹੀਂ ਬਿਆਨ ਕਰ ਸਕਿਆ। ਸਾਧ ਸੰਗਤ, ਸੀ ਕਿਸੇ ਇੱਕ ਕਮਰੇ ਦੇ ਵਿੱਚ ਬੰਦ ਹੋਈਏ, ਸਾਨੂੰ ਕੋਈ ਕਹਿਣਾ ਪੁੱਛੇ ਵੀ ਇਸ ਕਮਰੇ ਦੇ ਅੰਦਰ ਕੀ ਕੁਝ ਹੈ, ਅਸੀਂ ਬਿਆਨ ਕਰ ਦਿਆਂਗੇ ਆਹ ਚੀਜ਼ ਹੈ ਕਮਰੇ ਦੇ ਅੰਦਰ, ਇੰਨੀਆਂ ਲਾਈਟਾਂ ਨੇ, ਇੰਨੇ ਬਟਨ ਨੇ, ਇੰਨੇ ਇਸ ਕਮਰੇ ਦੇ ਅੰਦਰ ਹੋਰ ਚੀਜ਼ਾਂ ਪਈਆਂ ਨੇ, ਅਸੀਂ ਚੀਜ਼ਾਂ ਬਿਆਨ ਕਰ ਦਿਆਂਗੇ। ਪਰ ਇਸ ਸਮੁੱਚੀ ਕੁਦਰਤ ਦੇ ਪਸਾਰੇ ਨੂੰ ਕਿਵੇਂ ਬਿਆਨ ਕਰਾਂਗੇ? ਇਹ ਤੇ ਬੇਅੰਤ ਹੈ। ਇਹਨੂੰ ਤੇ ਸਤਿਗੁਰ ਪਾਵਨ ਬਾਣੀ ਵਿੱਚ ਕਹਿੰਦੇ ਨੇ, ਮੇਰੇ ਮਾਲਕ ਜੀ ਤੂੰ ਬੇਅੰਤ ਕੋ ਵਿਰਲਾ ਜਾਣੈ, ਤੂੰ ਬੇਅੰਤ ਹੈ, ਕੋਈ ਵਿਰਲਾ ਜਾਣਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉੱਥੇ ਫਿਰ ਉਸ ਅਵਸਥਾ ਦੇ ਅੰਦਰ ਜਦੋਂ ਬੰਦਾ ਗਿਆਨ ਖੰਡ ਵਿੱਚ ਪਹੁੰਚਦਾ ਹੈ, ਸ਼ਰਮ ਖੰਡ ਨਾਲ ਉਸ ਅਵਸਥਾ ਦੇ ਅੰਦਰ ਆਪਣੇ ਮਨ ਨੂੰ ਘੜ ਕੇ ਵੇਖਦਾ ਹੈ ਕਿੰਨਾ ਅੰਦਰ ਪ੍ਰਕਾਸ਼ ਹੋਇਆ ਹੈ। ਸਾਹਿਬ ਕਹਿੰਦੇ ਨੇ ਉੱਤੇ ਫਿਰ ਸੁਰਤ ਤੇ ਮਤ ਇਹ ਉਸ ਅਵਸਥਾ ਦੇ ਵਿੱਚ ਘੜੀ ਜਾਂਦੀ ਹੈ। ਘੜੀ ਜਾਣ ਦਾ ਮਤਲਬ ਹੈ ਸੁੰਦਰ ਬਣ ਜਾਂਦੀ ਹੈ। ਹੁਣ ਸੁਰਤ ਦਾ ਤੇ ਮਤ ਦਾ ਵਿਕਾਸ ਹੋ ਗਿਆ, ਹੁਣ ਇਹ ਬੇਅੰਤਤਾਈ ਦੇ ਵਿੱਚ ਮਿਲ ਗਈ ਹੈ। ਹੁਣ ਇਹ ਇੱਕ ਲਿਮਿਟ ਵਿੱਚ ਨਹੀਂ ਜਿੰਦੀ, ਹੁਣ ਇਹਦੀ ਲਿਮਿਟੇਸ਼ਨ ਨਹੀਂ ਹੈ ਸੰਸਾਰ ਦੇ ਅੰਦਰ ਵੀ ਇਹ ਇੰਨੇ ਪਸਾਰੇ ਦੇ ਵਿੱਚ ਸੁਰਤ ਮਤ ਖੁਸ਼ ਹੋ ਰਹੀ ਹੈ। ਖਿਆਲ ਕਰਿਓ, ਇਹੀ ਫਰਕ ਹੁੰਦਾ ਹੈ ਸਾਧ ਸੰਗਤ, ਇੱਕ ਪਰਮਾਤਮਾ ਨਾਲ ਜੁੜੇ ਹੋਏ ਮਨੁੱਖ ਦੇ ਅੰਦਰ ਤੇ ਇੱਕ ਆਮ ਇਨਸਾਨ ਦੇ ਜੀਵਨ ਦੇ ਅੰਦਰ ਆਹ ਕੁਝ ਫਰਕ ਹੁੰਦਾ ਹੈ। ਆਮ ਬੰਦੇ ਨੂੰ ਸਿਰਫ ਆਮ ਚੀਜ਼ਾਂ ਨਜ਼ਰ ਆਉਂਦੀਆਂ ਨੇ, ਉਹ ਸਿਰਫ ਕੁਦਰਤ ਦੇ ਪਸਾਰੇ ਦੇ ਵਿੱਚੋਂ ਆਪਣੀ ਮਤਲਬ ਦੀਆਂ ਚੀਜ਼ਾਂ ਤੱਕ ਸੀਮਤ ਹੁੰਦਾ ਹੈ। ਜਦੋਂ ਕੋਈ ਕੁਦਰਤ ਕਾਦਰ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹ ਭਗਤ, ਉਹ ਜਨ, ਉਹ ਬ੍ਰਹਮ ਗਿਆਨੀ, ਉਹ ਪਿਆਰਾ, ਉਹ ਗੁਰਮੁਖ, ਉਹ ਗੁਰਸਿੱਖ, ਉਹਦੀ ਮਤ ਇੰਨੀ ਵਿਕਾਸ ਕਰ ਜਾਂਦੀ ਹੈ ਕਿ ਉਹਨੂੰ ਸਾਰੀ ਕੁਦਰਤ ਦੇ ਅੰਦਰ ਪਰਮਾਤਮਾ ਦੀਆਂ ਬਖਸ਼ਿਸ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਦੇ ਅੰਦਰ ਇੰਨਾ ਪ੍ਰਕਾਸ਼ ਹੋ ਜਾਂਦਾ ਹੈ ਜਿਹਨੂੰ ਸਤਿਗੁਰ ਜੀ ਪਾਵਨ ਬਾਣੀ ਵਿੱਚ ਕਹਿ ਰਹੇ ਨੇ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸਾਹਿਬ ਕਹਿੰਦੇ ਨੇ ਉੱਥੇ ਮਨ ਦੇ ਵਿੱਚ ਬੁੱਧ ਦਾ ਭਾਵ ਹੈ ਜਾਗ੍ਰਿਤੀ ਆ ਜਾਣਾ, ਗਿਆਨ ਆ ਜਾਣਾ। ਉੱਥੇ ਫਿਰ ਮਨ ਦੇ ਵਿੱਚ ਰੋਸ਼ਨੀ ਪੈਦਾ ਹੋ ਗਈ, ਸੋਝੀ ਪੈਦਾ ਹੋ ਗਈ, ਮਨ ਨੂੰ ਸਮਝ ਆ ਗਈ ਪਰਮਾਤਮਾ ਦੇ ਇਸ ਬੇਅੰਤ ਪਸਾਰੇ ਦੀ। ਤਿੱਥੈ ਘੜੀਐ ਸੁਰਾ ਸਿਦਾਂ ਕੀ ਸ਼ੁੱਧ। ਤੇ ਸਤਿਗੁਰ ਕਹਿੰਦੇ ਨੇ ਉਸ ਅਵਸਥਾ ਦੇ ਵਿੱਚ ਪਹੁੰਚਿਆ ਹੋਇਆ ਮਨ, ਜਿਹੜੇ ਪਹੁੰਚੇ ਹੋਏ ਸਿੱਧ ਨੇ, ਸਿੱਧ ਦਾ ਮਤਲਬ ਹੈ ਸਾਧਨਾ ਕਰਨ ਵਾਲੇ, ਸਿੱਧ ਦਾ ਮਤਲਬ ਮਾਰਮੁਖੀ ਸਿੱਧ ਨਹੀਂ ਸਾਧ ਸੰਗਤ, ਜਿਹੜੇ ਜੋਗੀਆਂ ਦੇ ਅੰਦਰ ਹੋਏ ਜਾਂ ਹੋਰ ਸੰਸਾਰ ਦੇ ਅੰਦਰ ਹੋਏ। ਇੱਥੇ ਉਹਨਾਂ ਸਿੱਧਾਂ ਮੁਨੀਆਂ ਦੀ ਗੱਲ ਨਹੀਂ ਹੈ, ਇੱਥੇ ਤੇ ਉਹ ਸਿੱਧ ਨੇ ਜਿਨ੍ਹਾਂ ਆਪਣੇ ਅੰਦਰ ਨੂੰ ਸਾਧ ਲਏ, ਉਹ ਗੁਰਮੁਖ ਪਿਆਰੇ, ਉਹ ਗੁਰੂ ਜਨ, ਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ ਵਿੱਚ ਚਲਾਇਆ ਹੈ। ਸਾਹਿਬ ਕਹਿੰਦੇ ਨੇ ਉਸ ਅਵਸਥਾ ਦੇ ਵਿੱਚ ਮਨ ਇੰਨੀ ਸੁੰਦਰਤਾ ਵਿੱਚ ਪਹੁੰਚ ਜਾਂਦਾ ਹੈ, ਇੰਨੀ ਸੋਹਣੀ ਘਾੜਤ ਵਿੱਚ ਘੜਿਆ ਜਾਂਦਾ ਹੈ, ਮਨ ਅੰਦਰ ਇੰਨੀ ਜਾਗ੍ਰਿਤੀ ਆ ਜਾਂਦੀ ਹੈ। ਪਾਤਸ਼ਾਹ ਕਹਿੰਦੇ ਨੇ ਤਿੱਥੈ ਘੜੀਐ ਸੁਰਾ ਸਿੱਧਾ ਕੀ ਸਿੱਧ ਸ਼ੁੱਧ। ਜਿਵੇਂ ਪਾਤਸ਼ਾਹ ਕਹਿੰਦੇ ਨੇ ਬੜੇ ਸਿੱਧ ਨੇ, ਉਹ ਆਪਣੇ ਇਸ ਗਿਆਨ ਰਾਹੀਂ ਆਪਣੇ ਮਨ ਨੂੰ ਘੜ ਲੈਂਦੇ ਨੇ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਫਿਰ ਉਸ ਬੰਦੇ ਦਾ ਮਨ ਘੜਿਆ ਜਾਂਦਾ ਹੈ, ਉਹ ਫਿਰ ਉਦਮ ਕਰਦਾ ਹੈ, ਸ਼ਰਮ ਕਰਦਾ ਹੈ ਪਰਮਾਤਮਾ ਦੀ ਕੁਦਰਤ ਵਿੱਚ, ਕਰਤੇ ਦੇ ਪਸਾਰੇ ਦੇ ਅੰਦਰੋਂ ਕਰਤੇ ਤੱਕ ਪਹੁੰਚਣ ਦਾ ਉਹਦਾ ਉਦਮ ਹੁੰਦਾ ਹੈ। ਪਰ ਸਾਹਿਬ ਕਹਿੰਦੇ ਨੇ ਇਹ ਉਦਮ ਇੱਥੋਂ ਤੱਕ ਸੀਮਤ ਨਹੀਂ ਹੈ ਵੀ ਬੰਦਾ ਹੁਣ ਉਦਮ ਕਰੇ ਤੇ ਗੱਲ ਬਣ ਗਈ। ਹੁਣ ਉਦਮ ਤੋਂ ਅਗਲੀ ਗੱਲ ਹੈ ਉਸ ਪਰਮਾਤਮਾ ਦੀ ਬਖਸ਼ਿਸ਼ ਦੀ। ਧਿਆਨ ਦੇਣਾ ਸਾਧ ਸੰਗਤ, ਜਿੰਨੇ ਮਰਜ਼ੀ ਆਪਾਂ ਐਫਰਟ ਕਰ ਲਈਏ ਪਰ ਉਹਦੀ ਬਖਸ਼ਿਸ਼ ਤੋਂ ਬਿਨਾਂ ਉਹਦੇ ਕੀਤੇ ਹੋਏ ਸਾਡੇ ਐਫਰਟ ਕਿਸੇ ਕੰਮ ਵਿੱਚ ਨਹੀਂ ਆਉਂਦੇ। ਕਈ ਵਾਰੀ ਬੰਦਾ ਬਾਹਰੀ ਤੌਰ ਤੇ ਮਿਹਨਤ ਬੜੀ ਕਰਦਾ ਹੈ ਪਰ ਉਹਦੀ ਕੀਤੀ ਮਿਹਨਤ ਦਾ ਉਹਨੂੰ ਕੋਈ ਫਲ ਨਹੀਂ ਮਿਲਦਾ। ਪਰ ਸਤਿਗੁਰ ਕਹਿੰਦੇ ਨੇ ਜਦੋਂ ਤੂੰ ਧਰਮ ਦੀ ਦੁਨੀਆ ਦੇ ਵਿੱਚ ਉਦਮ ਕਰਨਾ ਹੈ, ਮਿਹਨਤ ਕਰਨਾ ਹੈ, ਔਰ ਉਹ ਮਿਹਨਤ ਗੁਰੂ ਦੇ ਗਿਆਨ ਦੇ ਰੂਪ ਵਿੱਚ ਹੁੰਦੀ ਹੈ, ਸਤਿਗੁਰ ਦੇ ਗਿਆਨ ਨੂੰ ਆਧਾਰ ਬਣਾ ਕੇ ਹੁੰਦੀ ਹੈ, ਫਿਰ ਤੂੰ ਅਸਲ ਵਿੱਚ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਸੁਭਾਵਿਕ ਬਣ ਜਾਂਦਾ ਹੈ। ਫਿਰ ਪਰਮਾਤਮਾ ਆਪਣੀ ਬਖਸ਼ਿਸ਼ ਸਿਰੇ ਤੇ ਵਰਤਾ ਦਿੰਦਾ ਹੈ।
ਫਿਰ ਉਹ ਮਨਾ ਨਹੀਂ ਕਰ ਸਕਦਾ ਆਪਣੀ ਬਖਸ਼ਿਸ਼ ਤੇਰੇ ਤੇ ਕਰਨ ਲਈ। ਉਹ ਫਿਰ ਆਟੋਮੈਟਿਕਲੀ ਕੁਦਰਤੀ ਨਿਆਂ ਹੈ, ਉਹ ਤੇਰੇ ਤੇ ਰੱਬ ਦੀ ਬਖਸ਼ਿਸ਼ ਹੋਏਗੀ। ਪਰ ਇਹਦੇ ਲਈ ਤੈਨੂੰ ਆਪਣੀ ਮਤ ਨੂੰ, ਮਨ ਨੂੰ, ਬੁੱਧ ਨੂੰ ਕੱਢਣਾ ਪਏਗਾ, ਇਹਨੂੰ ਉਸ ਅਵਸਥਾ ਵਿੱਚ ਲਿਆਉਣਾ ਪਏਗਾ ਜਿਹਨੂੰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਗੁਰਮਤਿ ਰਾਮ ਨਾਮ ਪ੍ਰਗਾਸ਼ੋ ਸਦਾ ਰਹੋ ਸ਼ਰਨਾਈ। ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਜਿਹਨੂੰ ਸਤਿਗੁਰ ਕਹਿ ਰਹੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਸਾਨੂੰ ਇਸ ਅਵਸਥਾ ਵਿੱਚ ਆਪਣੇ ਮਨ ਨੂੰ ਕੱਢਣਾ ਪਏਗਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਿਹਰਮਤ ਕਰਨ, ਬਖਸ਼ਿਸ਼ ਕਰਨ। ਇਸ ਪਾਵਨ ਪੌੜੀ ਦੇ ਅੰਦਰ ਕੀਤੇ ਹੋਏ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਤਿਗੁਰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ ਸਾਧ ਸੰਗਤ। ਇਸ ਤੋਂ ਅਗਲੀ ਪੌੜੀ ਦੇ ਅੰਦਰ ਸਤਿਗੁਰ ਨੇ ਚੌਥੇ ਖੰਡ ਦਾ ਜ਼ਿਕਰ ਕੀਤਾ ਹੈ, ਕਰਮ ਖੰਡ। ਇਹਦੀ ਵਿਚਾਰ ਆਪਾਂ ਕੱਲ ਦੇ ਪਾਵਨ ਦੀਵਾਨਾਂ ਵਿੱਚ ਸਮਝਣ ਦਾ ਯਤਨ ਕਰਾਂਗੇ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਬੁਲਾਓ ਫਤਿਹ ਜੀ।